अस्सलाम वालेकुम जी। एक घर ਦੇ ਵਿੱਚ ਅਖਬਾਰ ਵਾਲਾ ਡੇਲੀ ਅਖਬਾਰ ਦੇਣੇ ਵਾਸਤੇ ਜਾਂਦਾ। ਉਹਨਾਂ ਦੇ ਦਰਵਾਜ਼ੇ ਦੇ ਅੱਗੇ ਨਾ ਇੱਕ ਲੈਟਰ ਬਾਕਸ ਉਹਨਾਂ ਨੇ ਬਣਾਇਆ ਸੀ, ਜਿਹਦੇ ਵਿੱਚ ਅਖਬਾਰ ਵਾਲਾ ਡੇਲੀ ਅਖਬਾਰ ਆਪਣੀ ਰੱਖ ਕੇ ਚਲਾ ਜਾਂਦਾ ਸੀ। ਔਰ ਬਜ਼ੁਰਗ ਆਉਂਦੇ ਸੀ ਔਰ ਉੱਥੋਂ ਅਖਬਾਰ ਲੈ ਕੇ ਤੇ ਆਪਣੇ ਅੰਦਰ ਚਲੇ ਜਾਂਦੇ ਸੀ। ਇੱਕ ਦਿਨ ਉਹਨੇ ਦੇਖਿਆ ਕਿ ਉਹ ਜਿਹੜਾ ਲੈਟਰ ਬਾਕਸ ਉਹਨਾਂ ਨੇ ਬਣਾਇਆ ਸੀ ਨਾ ਅਖਬਾਰ ਵਾਲਾ, ਉਹ ਉਹਨਾਂ ਨੇ ਬੰਦ ਕਰ ਦਿੱਤਾ ਬਿਲਕੁਲ ਜਗ੍ਹਾ, ਜਾਨੀ ਜਿੱਥੇ ਉਹ ਅਖਬਾਰ ਰੱਖਦੇ ਸੀ। ਤੇ ਉਹਨੇ ਬੈਲ ਦਿੱਤੀ ਤੇ ਬਜ਼ੁਰਗ ਅੰਦਰੋਂ ਨਿਕਲੇ ਨੇ ਔਰ ਉਹ ਕਹਿੰਦੇ ਨੇ ਕਿ ਬਈ ਹਾਂਜੀ ਆਹੇ ਮੈਂ ਅਖਬਾਰ ਵਾਲਾ ਅਤੇ ਮੈਂ ਇੱਥੇ ਅਖਬਾਰ ਰੱਖਦਾ ਸੀ ਅਤੇ ਅੱਜ ਉਹ ਬਕਸ ਤੁਸੀਂ ਬੰਦ ਕਰ ਦਿੱਤਾ ਹੈ। ਉਹਨੇ ਕਿਹਾ ਹਾਂ ਮੈਂ ਖੁਦ ਬੰਦ ਕੀਤਾ ਹੈ, ਇਸ ਵਾਸਤੇ ਕਿ ਤੂੰ ਡੇਲੀ ਮੈਨੂੰ ਅਖਬਾਰ ਜਿਹੜੀ ਹੈ ਉਹ ਬੈਲ ਦੇ ਕੇ ਅਤੇ ਅੰਦਰ ਪਕੜਾ ਕੇ ਜਾਵੇ। ਤਾਂ ਉਹਨੇ ਕਿਹਾ ਬਜ਼ੁਰਗੋ ਇਸ ਤਰ੍ਹਾਂ ਤੇ ਤੁਹਾਡਾ ਵੀ ਟਾਈਮ ਵੇਸਟ ਹੋਵੇਗਾ, ਤੁਹਾਨੂੰ ਉੱਠ ਕੇ ਆਉਣਾ ਪਵੇਗਾ, ਮੈਂ ਬੈਲ ਦੇਵਾਂਗਾ, ਤੁਹਾਨੂੰ ਡਿਸਟਰਬ ਕਰਾਂਗਾ, ਫਿਰ ਤੁਸੀਂ ਮੇਰਾ ਵੀ ਵਕਤ ਜ਼ਾਇਆ ਕਰੋਗੇ। ਉਹਨੇ ਕਿਹਾ ਪੁੱਤਰ ਤੇਰੀ ਬੜੀ ਮਿਹਰਬਾਨੀ ਹੈ, ਤੇਰੇ ਉਸ ਵਕਤ ਦੇ ਮੈਂ ਤੈਨੂੰ ਪੈਸੇ ਦੇ ਦਿਆਂਗਾ, ਲੇਕਿਨ ਤੂੰ ਬੈਲ ਜ਼ਰੂਰ ਦਿਆ ਕਰ, ਮੈਂ ਕੋਈ ਡਿਸਟਰਬ ਨਹੀਂ ਹੁੰਦਾ, ਕਿਉਂਕਿ ਮੇਰੀ ਬੀਵੀ ਸੀ ਉਹ ਫੌਤ ਹੋ ਚੁੱਕੀ ਹੈ ਔਰ ਮੈਂ ਇੱਥੇ ਇਕੱਲਾ ਹੀ ਹਾਂ ਔਰ ਮੇਰਾ ਇੱਕ ਮੁੰਡਾ ਹੈ ਉਹ ਬਾਹਰ ਹੈ। ਅਤੇ ਮੈਨੂੰ ਕੋਈ ਰਿਸ਼ਤੇਦਾਰ ਔਰ ਕੋਈ ਮਹੱਲੇਦਾਰ ਔਰ ਕੋਈ ਪਿੰਡ ਦਾ ਕੋਈ ਸ਼ਹਿਰ ਦਾ ਕੋਈ ਬੰਦਾ ਵੀ ਮੈਨੂੰ ਮੂੰਹ ਲਾ ਕੇ ਰਾਜ਼ੀ ਨਹੀਂ। ਇਹ ਸਿੱਧੀ ਜਿਹੀ ਗੱਲ ਹੈ। ਮੂੰਹ ਲਾਉਣ ਤੋਂ ਮੁਰਾਦ ਹੈ ਕਿ ਵੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਲਾਇਆ ਕਿ ਵੀ ਮਾਲੇ ਗਨੀਮਤ ਦੇ ਕੋਲੇ, ਅਤੇ ਉਹ ਹੁਣ ਨਹੀਂ ਲਾਉਂਦੇ ਕਿ ਵੀ ਉਹ ਕਹਿੰਦਾ ਕਿ ਵੀ ਕੋਈ ਵੀ ਮੇਰੇ ਨਾਲ ਰਾਬਤਾ ਨਹੀਂ ਕਰਦਾ। ਅਤੇ ਇਸ ਵਾਸਤੇ ਤੇਰੀ ਮਿਹਰਬਾਨੀ ਹੈ ਕਿ ਵੀ ਤੂੰ ਮੈਨੂੰ ਨਾ ਬੈਲ ਦੇ ਕੇ ਨਾ ਅਤੇ ਫਿਰ ਮੈਨੂੰ ਦਰਵਾਜ਼ਾ ਖਟਖਟਾ ਕੇ, ਅਤੇ ਮੈਂ ਚਾਹੁੰਦਾ ਕਿ ਚਲੋ ਮੇਰੇ ਚੰਦ ਲਮਹੇ ਯਾਨੀ 1 ਮਿੰਟ ਵੀ ਅਗਰ ਮੈਂ ਤੈਨੂੰ ਦੇਖ ਲਵਾਂ ਕਰਾਂਗਾ ਔਰ ਤੇਰੇ ਨਾਲ 2-3 ਗੱਲਾਂ ਕਰਾਂਗਾ ਅਤੇ ਤੂੰ ਚਲਾ ਜਾਏਗਾ, ਲੇਕਿਨ ਤੈਨੂੰ ਮੁਆਵਜ਼ਾ ਮੈਂ ਜ਼ਰੂਰ ਦੇਵਾਂਗਾ ਮਹੀਨੇ ਵਾਲੇ ਦਿਨ, ਯਾਨੀ ਤੈਨੂੰ ਡਬਲ ਪੈਸੇ ਦੇ ਦੇਵਾਂਗੇ। ਔਰ ਇਹ ਇੱਕ ਮੇਰਾ ਨੰਬਰ ਹੈ, ਇਹ ਮੇਰੇ ਮੁੰਡੇ ਦਾ ਹੈ, ਔਰ ਜਿਸ ਦਿਨ ਮੇਰਾ ਦਰਵਾਜ਼ਾ ਨਾ ਖੋਲ੍ਹੇ ਸਮਝ ਲਓ ਕਿ ਬਈ ਤੂੰ ਪੁਲਿਸ ਨੂੰ ਜਿਹੜਾ ਨਾ ਇਤਲਾਹ ਦੇ ਦੀ, ਅਤੇ ਇਹ ਤੇਰੀ ਨੇਕੀ ਹੋਵੇ ਦੀ। ਮੈਂ ਸਮਝਾਂਦਾ ਕਿ ਬਈ ਤੂੰ ਮੇਰੇ 'ਤੇ ਬਹੁਤ ਬੜਾ ਇਹਸਾਨ ਕੀਤਾ। ਤੁਸੀਂ ਅੰਦਾਜ਼ਾ ਲਾਓ ਕਿ ਇੱਕ ਅਖਬਾਰ ਵਾਲਾ ਜਿਹੜਾ ਕਿ ਕੋਈ ਰਿਸ਼ਤੇਦਾਰ ਨਹੀਂ, ਕੋਈ ਲੱਗ ਲਾ ਨਹੀਂ, ਕੋਈ ਪਿੰਡ ਦਾ ਨਹੀਂ, ਕੋਈ ਬਰਾਦਰੀ ਦਾ ਨਹੀਂ, ਕੋਈ ਕਿਸੇ ਵਜ੍ਹਾ ਨਾਲ ਉਹਦੇ ਨਾਲ ਕੋਈ ਤਾਲੁਕ ਨਹੀਂ, ਲੇਕਿਨ ਅੱਜ ਉਹ ਕੰਮ ਆ ਰਿਹਾ ਕਿ ਬਈ ਤੂੰ ਮੇਰੇ ਸਮਝ ਲਓ ਕਿ ਬਈ ਮੇਰੇ ਮਰਨ ਦਾ ਜਿਹੜਾ ਸਵਾਬ ਹੈ ਜਾਂ ਮੇਰੇ ਮਰਨ ਦੀ ਵਜੂਹਾਤ ਜਿਹੜੀ ਉਹਦੀ ਇਤਲਾਹ ਜਿਹੜੀ ਉਹ ਤੂੰ ਦੇ ਸਕਣਾ। ਉਸ ਤੋਂ ਇਲਾਵਾ ਤਾਂ ਕੋਈ ਬੰਦੇ ਦੀ ਡਿਊਟੀ ਨਹੀਂ ਨਾ ਵੀ ਕਿ ਕੋਈ ਬੰਦਾ ਆਣ ਕੇ ਤੁਹਾਡਾ ਰੋਜ਼ਾਨਾ ਦਰਵਾਜ਼ਾ ਖੜਕੜਾਏ, ਕੋਈ ਕਿਸੇ ਨੇ ਠੇਕਾ ਲਿਆ। ਅਤੇ ਉਹਨੇ ਕਿਹਾ ਠੀਕ ਹੈ। ਯਾਨੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਵੀ ਤੁਸੀਂ ਖੁਦਾ ਦਾ ਸ਼ੁਕਰ ਬਜਾ ਲਾਓ ਕਿ ਜਿਨ੍ਹਾਂ ਦੇ ਕੋਲ ਆਪਣੇ ਵਤਨ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਔਰ ਆਪਣੀ ਲਗ ਲਾ ਦੇ ਵਿੱਚ ਅਸਮਾਨਾਂ ਵਾਲੇ ਰੱਬ ਦਾ ਕਿਤਨਾ ਸ਼ੁਕਰ ਹੈ। ਯਕੀਨ ਕਰੋ ਵੀ ਇੱਕ ਮੇਰਾ ਦੋਸਤ ਸੀ, ਉਹ ਕਹਿੰਦਾ ਸੀ ਕਿ ਵੀ ਸਾਡੇ ਇਲਾਕੇ ਦੇ ਵਿੱਚ ਐਸੇ ਪਿੰਡ ਨੇ ਕਿ ਜਿੱਥੇ ਜਦੋਂ ਐਲਾਨ ਕਰਦੇ ਨੇ ਨਾ ਕਿ ਫਲਾਂ ਬੰਦਾ ਫੌਤ ਹੋ ਗਿਆ, ਅਤੇ ਉਹਨਾਂ ਦਾ ਜਿਹੜਾ ਮੁਲਾਜ਼ਮ ਹੈ ਉਸ ਨਾਂ ਤੋਂ ਲੋਕ ਜਾਣਦੇ ਨੇ ਕਿ ਬਈ ਉਹ ਜਿਹੜਾ ਮੁਲਾਜ਼ਮ ਹੈ, ਚੂँਕਿ ਉਹ ਕਈਆਂ ਸਾਲਾਂ ਤੋਂ ਸਾਡੇ ਉਸ ਪਿੰਡ ਦੇ ਵਿੱਚ ਲੋਕਾਂ ਨਾਲ ਵਰਤ ਰਿਹਾ ਅਤੇ ਫੈਮਲੀਆਂ ਦੇ ਬਾਹਰ ਨੇ, ਯੂਰਪਾਂ 'ਚ ਔਰ ਜਨਾਬ ਮੇਰੀ ਅਮਰੀਕਾ ਔਰ ਕੈਨੇਡਾ ਇੰਗਲੈਂਡ ਸੈਟਲ ਨੇ, ਔਰ ਉਹ ਕਈ ਸਾਲ ਨਹੀਂ ਆਉਂਦੇ, ਔਰ ਕੋਠੀਆਂ ਬਣੀਆਂ ਨੇ, ਇੱਕ ਕੁੱਤਾ ਰੱਖਿਆ, ਇੱਕ ਮੁਲਾਜ਼ਮ ਰੱਖਿਆ, ਅਤੇ ਉਹ ਮੁਲਾਜ਼ਮ ਤੋਂ ਹੀ ਲੋਕ ਪਛਾਣੇ ਜਾਂਦੇ ਨੇ ਕਿ ਵੀ ਉਸ ਮੁਲਾਜ਼ਮ ਦਾ ਨਾਂ ਲਿਆ ਜਾਂਦਾ ਹੈ ਕਿ ਫਲਾਂ ਬਿਨ ਫਲਾਂ ਜਿਹੜਾ ਹੈ ਉਹਦਾ ਮਾਲਕ ਮਰ ਗਿਆ, ਅਤੇ ਲੋਕ ਉਹਦੇ ਜਨਾਜ਼ੇ 'ਤੇ ਆਉਂਦੇ ਨੇ। ਅਤੇ ਕਹਿੰਦੇ ਚੰਦ ਇੱਕ ਬੰਦੇ ਸਿਰਫ ਇਸ ਵਾਸਤੇ ਕਿ ਬਈ ਉਹਨਾਂ ਵਰਤਨ ਹੀ ਨਹੀਂ ਰੱਖੀ ਕਿਸੇ ਨਾਲ ਚੰਗੀਆਂ ਮਾੜੀਆਂ ਅਤੇ ਖੁਸ਼ੀਆਂ ਗਮੀਆਂ 'ਤੇ। ਜਿਸ ਤਰ੍ਹਾਂ ਹੁਣ ਈਦ ਆ ਰਹੀ ਹੈ, ਖੁਦਾਰਾ ਇਹਨਾਂ ਗਰੀਬਾਂ ਨੂੰ, ਇਹਨਾਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਜ਼ਰੂਰ ਮਿਲੋ ਔਰ ਉਹਨਾਂ ਨੂੰ ਦੁਆਵਾਂ 'ਚ ਵੀ ਯਾਦ ਰੱਖੋ ਅਤੇ ਉਹਨਾਂ ਨੂੰ ਮਾਲਾਂ 'ਚ ਵੀ ਯਾਦ ਰੱਖੋ। ਉਹੀ ਤੁਹਾਡੀ ਲਗ ਲਾ ਨੇ, ਉਹੀ ਤੁਹਾਡੀ ਪਛਾਣ ਹੈ ਇੱਥੇ ਵੀ ਅਤੇ ਅਗਲੇ ਜਹਾਨ ਵੀ। ਇਹ ਜ਼ਰੂਰੀ ਨਹੀਂ ਕਿ ਬਈ ਖਾਲੀ ਮਾਲ ਹੀ ਹਰ ਜਗ੍ਹਾ 'ਤੇ ਕੰਮ ਆਉਂਦਾ, ਬੇਸ਼ੁਮਾਰ ਜਗ੍ਹਾ 'ਤੇ ਅੱਲਾਹ ਔਰ ਅੱਲਾਹ ਦੇ ਰਸੂਲ ਦੀਆਂ ਵਾਜ਼ਿਹ ਹਦੀਸਾਂ ਨੇ ਕਿ ਬਈ ਰਿਸ਼ਤੇਦਾਰ ਵੀ ਕੰਮ ਆਉਂਦੇ ਨੇ। ਉਹਨਾਂ ਦੀਆਂ ਦੁਆਵਾਂ, ਆਪਣੇ ਪਿੰਡ ਦੇ ਲੋਕ, ਆਪਣੇ ਮੁਹੱਲੇ, ਆਪਣੇ ਰਿਸ਼ਤੇਦਾਰ ਔਰ ਕਈ ਐਸੇ ਤੁਹਾਡੇ ਜਾਣ ਪਛਾਣ ਵਾਲੇ ਤੁਹਾਡੇ ਕਲਾਸ ਫੈਲੋ ਜਿਹੜੇ ਵਿਚਾਰੇ ਤੁਸੀਂ ਤਾਂ ਅੱਗੇ ਨਿਕਲ ਗਏ ਔਰ ਉਹ ਵਿਚਾਰੇ ਜੇ ਪਿੱਛੇ ਹੀ ਨੇ, ਅਤੇ ਉਹਨਾਂ ਦੀ ਮਦਦ ਕਰੋ। ਪਿੰਡ ਦੇ ਹੋਰ ਕਿੰਨੇ ਬੰਦੇ ਨੇ ਉਹਨਾਂ ਨੂੰ ਮਿਲੋ ਗਿਲੋ, ਅਤੇ ਇਹ ਮਾਲ ਦੁਨੀਆ ਦਾ ਇੱਥੇ ਰਹਿ ਜਾਣਾ, ਕਫਨ ਦੇ ਨਾਲ ਤਾਂ ਕੋਈ ਜੇਬ ਨਹੀਂ ਨਾ। ਔਰ ਇਹ ਸਭ ਨੂੰ ਪਤਾ ਹੈ, ਉਹ ਪਤਾ ਹੋਣ ਦੇ ਬਾਵਜੂਦ ਵੀ ਗੱਲ ਨਹੀਂ ਛੱਡਦਾ। ਠੀਕ ਹੈ ਜੀ, ਅੱਲਾ ਦੇ ਵਾਲੇ ਦੁਆਵਾਂ ਯਾਦ ਰੱਖਿਓ।